ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮੇਰੀ ਸਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮਾਂਗੈ ਨਾਮ ਪ੍ਰਭ ਸਾਰ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 6ਵੇਂ ਵਿੱਚ ਅੱਜ ਆਪਾਂ ਗੁਰੂ ਜੀ ਨੇ ਕਿਵੇਂ ਰਾਜੇ ਦੀ ਫੌਜ ਰੁੜਨ ਤੋਂ ਬਚਾਈ, ਇਸ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਭਾਈ ਨੱਥੇ ਨੂੰ ਨਿਹਾਲ ਕਰਕੇ ਗੁਰੂ ਜੀ ਰਾਜੇ ਸਹਿਤ ਸਵਾਰ ਹੋ ਗਏ। ਨਗਾਰੇ ਵੱਜੇ ਤੇ ਕਈ ਹਜ਼ਾਰ ਵੱਡਾ ਲਸ਼ਕਰ ਨਾਲ ਚੱਲ ਪਿਆ। ਮਾਨ ਸਿੰਘ ਰਾਜਾ ਜਿੱਥੇ ਮਾਰਿਆ ਗਿਆ ਸੀ, ਉਸ ਰੰਗਾ ਮਾਟੀ ਨਗਰ ਨੂੰ ਜਾ ਕੇ ਵੇਖਿਆ। ਬ੍ਰਹਮਪੁੱਤਰ ਦਰਿਆ ਉਸ ਦੇ ਪਾਸ ਵਗਦਾ ਹੈ। 4 ਕੋਹ ਤੱਕ ਚੌੜਾ ਦਰਿਆ ਚੱਲਦਾ ਹੈ। ਉਸ ਦਰਿਆ ਦੇ ਕਿਨਾਰੇ 'ਤੇ ਬੜੇ ਉੱਚੇ ਸਥਾਨ ਹਨ। ਕਿਰਪਾ ਨਿਧਾਨ ਗੁਰੂ ਜੀ ਨੇ ਇੱਕ ਉੱਚੇ ਸਥਾਨ 'ਤੇ ਜਾ ਕੇ ਡੇਰਾ ਕੀਤਾ। ਉੱਥੇ ਬਹੁਤ ਉੱਚਾ ਦਮਦਮਾ ਬਣਾਇਆ। ਸਾਰੇ ਮਨੁੱਖ ਇਕੱਠੇ ਹੋ ਕੇ ਉਸ ਸਥਾਨ ਨੂੰ ਬਣਾਉਣ ਲੱਗੇ। ਉੱਪਰਲਾ ਸਥਾਨ ਇਕਸਾਰ ਕਰਕੇ ਬਹੁਤ ਖੁੱਲ੍ਹਾ ਅਤੇ ਸੁੰਦਰ ਥੜਾ ਤਿਆਰ ਕੀਤਾ। ਉਸ ਦੇ ਉੱਪਰ ਇੱਕ ਸੁੰਦਰ ਬੰਗਲਾ ਬਣਾਇਆ। ਸਤਿਗੁਰੂ ਜੀ ਉਸ ਦੇ ਵਿੱਚ ਬਿਰਾਜ ਗਏ, ਜਿਸ ਵਿੱਚ ਬੈਠ ਕੇ ਦ੍ਰਿਸ਼ਟੀ ਬਹੁਤ ਦੂਰ ਤੱਕ ਜਾ ਸਕਦੀ ਸੀ। ਉੱਥੇ ਬੈਠਿਆਂ ਦੂਰ ਤੱਕ ਜਲ ਦੀ ਸੈਰ ਹੋ ਜਾਂਦੀ ਸੀ। ਉਸ ਦਰਿਆ ਦੇ ਕਿਨਾਰੇ ਦੂਰ ਦੂਰ ਤੱਕ ਫੌਜ ਨੇ ਚੰਗੀ ਤਰ੍ਹਾਂ ਡੇਰਾ ਕਰ ਲਿਆ। ਘੋੜਿਆਂ ਦੀ ਬਹੁਤ ਲੰਮੀ ਕਤਾਰ ਖੜ੍ਹੀ ਸੀ ਅਤੇ ਬਹੁਤ ਹਾਥੀ ਪੈਰਾਂ ਵਿੱਚ ਸੰਗਲ ਪਾਈ ਖੜ੍ਹੇ ਸਨ। ਤੋਪਾਂ ਦੀਆਂ ਪੰਗਤਾਂ ਖੜ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦਾ ਪਰਲੇ ਪਾਰ ਵੱਲ ਮੂੰਹ ਕਰ ਦਿੱਤਾ। ਬੰਦੂਕਾਂ ਅਤੇ ਜਮੂਰੇ ਬਹੁਤ ਚਲਵਾਏ। ਦਰਿਆ ਦੇ ਪਾਰਲੇ ਪਾਸੇ ਉਹਨਾਂ ਦੀਆਂ ਆਵਾਜ਼ਾਂ ਪਹੁੰਚਾਈਆਂ। ਆਪੋ ਆਪਣੇ ਜੱਥਿਆਂ ਨੇ ਡੇਰੇ ਲਾ ਲਏ। ਥਾਂ ਥਾਂ ਤੋਪਾਂ ਦੇ ਮੂੰਹ ਸਾਹਮਣੇ ਕੀਤੇ। ਕਾਮਰੂਪ ਦੇਸ਼ ਦੇ ਰਾਜੇ ਨੇ ਬਹੁਤ ਸੈਨਾ ਦਰਿਆ ਦੇ ਕਿਨਾਰੇ 'ਤੇ ਭੇਜੀ। ਦਰਿਆ ਦੇ ਦੋਵੇਂ ਪਾਸੀਂ ਸੂਰਮੇ ਛਾ ਗਏ। ਨਗਾਰੇ ਵੱਜਦੇ ਦੋਵੇਂ ਪਾਸੀਂ ਸੁਣਾਈ ਦੇ ਰਹੇ ਸਨ। ਤੋਪਾਂ ਦੀਆਂ ਛਲਕਾਂ ਚਲਵਾਉਂਦੇ ਸਨ ਅਤੇ ਆਪਣੀ ਆਪਣੀ ਸ਼ਕਤੀ ਵਿਖਾਉਂਦੇ ਸਨ। ਕਾਮਰੂਪ ਦੇ ਰਾਜੇ ਨੇ ਆਪਣੇ ਸਾਰੇ ਮੰਤਰੀ ਬੁਲਾਏ ਅਤੇ ਉਹਨਾਂ ਨਾਲ ਸਲਾਹ ਕੀਤੀ। ਦੁਸ਼ਮਣ ਚੜ੍ਹ ਕੇ ਆ ਗਿਆ ਹੈ। ਮਾਨ ਸਿੰਘ ਵਾਂਗ ਇਸ ਨਾਲ ਵੀ ਕਰੋ। ਇਸ ਦੇ ਰਾਜੇ ਨੂੰ ਹੁਣੇ ਮਾਰ ਦਿਓ। ਸੈਨਾ ਵਿੱਚ ਜਿੰਨੇ ਵੀ ਮੁਖੀ ਹਨ, ਇਹਨਾਂ ਨੂੰ ਜਿਉਂਦੇ ਨਾ ਛੱਡੋ। ਐਸਾ ਕਰੋ ਕਿ ਮੁੜ ਕੇ ਵਾਪਸ ਨਾ ਆਉਣ, ਡਰਦੇ ਮਾਰੇ ਆਪਣੇ ਦੇਸ਼ ਵਿੱਚ ਹੀ ਰਹਿਣ। ਤੁਰਕ ਬਾਦਸ਼ਾਹ ਦਾ ਲਸ਼ਕਰ ਬਹੁਤ ਵੱਡਾ ਹੈ। ਮੰਤਰ ਜੰਤਰ ਕਰਕੇ ਸਾਰਿਆਂ ਨੂੰ ਮਾਰ ਦਿਓ। ਜਦ ਦਾ ਮਾਨ ਸਿੰਘ ਨੂੰ ਇੱਥੇ ਮਾਰਿਆ ਹੈ, ਫਿਰ ਕਿਸੇ ਨੇ ਇੱਧਰ ਆਉਣ ਦਾ ਮਨ ਨਹੀਂ ਧਾਰਿਆ ਹੈ। ਇਹ ਮੂਰਖ ਕੌਣ ਹੈ ਜੋ ਸਾਨੂੰ ਨਹੀਂ ਜਾਣਦਾ? ਮਹਾਨ ਸੈਨਾ ਲੈ ਕੇ ਚੜ੍ਹ ਕੇ ਆ ਗਿਆ ਹੈ। ਇਸ ਨੇ ਸਾਡੇ ਪ੍ਰਭਾਵ ਨੂੰ ਨਹੀਂ ਜਾਣਿਆ ਹੈ। ਸਾਨੂੰ ਕਾਮਖਿਆ ਦੇਵੀ ਨੇ ਵੱਡਾ ਵਰ ਦਿੱਤਾ ਹੋਇਆ ਹੈ। ਸਾਨੂੰ ਜ਼ਬਰਦਸਤੀ ਕੌਣ ਜਿੱਤ ਸਕਦਾ ਹੈ? ਮੰਤਰ ਪੜ੍ਹ ਕੇ ਵੈਰੀ ਨੂੰ ਮਾਰ ਦਿਆਂਗੇ। ਇਸ ਤਰ੍ਹਾਂ ਕਹਿ ਕੇ ਬਹੁਤ ਉਪਾਵਾਂ ਦੀ ਰਚਨਾ ਕੀਤੀ ਅਤੇ ਸਾਰੀ ਸੈਨਾ ਨੂੰ ਤੁਰੰਤ ਦ੍ਰਿੜ ਕਰ ਦਿੱਤਾ। ਇੱਧਰ ਬਾਦਸ਼ਾਹ ਦੇ ਲਸ਼ਕਰ ਇਕੱਠੇ ਹੋ ਕੇ ਪਏ ਸਨ, ਜਿਨ੍ਹਾਂ ਨੇ ਨੀਵੇਂ ਥਾਂ ਦਰਿਆ ਦੇ ਕਿਨਾਰੇ ਡੇਰੇ ਲਵਾਏ ਹੋਏ ਸਨ। 1-2 ਦਿਨ ਜਦ ਬੀਤ ਗਏ, ਕਾਮਰੂਪ ਦੇ ਨਿਵਾਸੀ ਬੜੇ ਮੰਤਰ ਪੜ੍ਹ ਰਹੇ ਸਨ। ਉਹਨਾਂ ਨੇ ਸਲਾਹ ਕੀਤੀ, ਅੱਜ ਰਾਤ ਦਰਿਆ ਵਿੱਚ ਹੜ੍ਹ ਲਿਆ ਦਿਓ ਅਤੇ ਸਾਰੇ ਲਸ਼ਕਰ ਦੇ ਉੱਤੇ ਪਾਣੀ ਚੜ੍ਹਾ ਦਿਓ। ਉਹਨਾਂ ਸਭ ਨੂੰ ਆਸਾਨੀ ਨਾਲ ਹੀ ਮਾਰ ਦਿਆਂਗੇ। ਉਹ ਸਾਰੇ ਨਦੀ ਵਿੱਚ ਡੁੱਬ ਕੇ ਹੀ ਮਰ ਜਾਣਗੇ। ਬਹੁਤ ਮਰ ਜਾਣਗੇ, ਕੁਝ ਥੋੜ੍ਹੇ ਬਚਣਗੇ। ਉਹ ਵੀ ਦਿਲ ਵਿੱਚ ਡਰ ਧਾਰ ਕੇ ਆਪਣੇ ਘਰਾਂ ਵੱਲ ਭੱਜ ਜਾਣਗੇ। ਇਹ ਸਲਾਹ ਜਦ ਦਿਨ ਦੇ ਸਮੇਂ ਕੀਤੀ, ਅੰਤਰਜਾਮੀ ਗੁਰੂ ਜੀ ਨੇ ਸਾਰੀ ਗੱਲ ਜਾਣ ਲਈ। ਇਹ ਵਿਚਾਰ ਕੀਤੀ ਕਿ ਸਾਰੇ ਮਰ ਜਾਣਗੇ, ਪਰ ਬਿਸ਼ਨ ਸਿੰਘ ਮੇਰੀ ਸ਼ਰਨ ਆਇਆ ਹੈ। ਬਾਂਹ ਫੜੇ ਦੀ ਸਾਨੂੰ ਲਾਜ ਹੈ।
ਸਾਡੀ ਸ਼ਕਤੀ ਨਾਲ ਹੀ ਉਹ ਕਾਰਜ ਕਰਨਾ ਚਾਹੁੰਦਾ ਹੈ। ਜੇ ਇਸ ਸਮੇਂ ਉਸ ਦੀ ਰਖਵਾਲੀ ਨਹੀਂ ਕਰਾਂਗੇ ਤਾਂ ਫਿਰ ਉਹ ਬਚ ਨਹੀਂ ਸਕੇਗਾ, ਮਰ ਜਾਏਗਾ ਜਾਂ ਹਾਰ ਜਾਏਗਾ। ਸਿੱਖਾਂ ਦੇ ਗੁਰੂ ਜੀ ਨੇ ਆਪਣਾ ਬਿਰਦ ਸੰਭਾਲਿਆ ਤੇ ਇੱਕ ਸੇਵਕ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ, ਬਿਸ਼ਨ ਸਿੰਘ ਦੇ ਪਾਸ ਜਾਓ ਤੇ ਸਾਡੇ ਕਹੇ ਹੋਏ ਬਚਨ ਸੁਣਾਓ। ਨੀਵੇਂ ਥਾਵਾਂ ਤੋਂ ਡੇਰਾ ਚੁਕਵਾ ਲਓ ਤੇ ਉੱਚੇ ਥਾਂ ਵੇਖ ਕੇ ਉੱਥੇ ਡੇਰਾ ਲਵਾਓ। ਦਿਨ ਹੁਣ ਇੱਕ ਪਹਿਰ ਬਾਕੀ ਰਹਿੰਦਾ ਹੈ, ਤੁਰੰਤ ਸਾਡੇ ਕਹੇ ਉੱਤੇ ਅਮਲ ਕਰੋ। ਨੀਵੇਂ ਸਥਾਨ 'ਤੇ ਕੋਈ ਡੇਰਾ ਨਾ ਕਰੋ, ਖਬਰ ਦੇ ਕੇ ਸਾਰੀ ਸੈਨਾ ਉਠਾ ਦਿਓ। ਜੇ ਰਾਤ ਨੂੰ ਵੀ ਉੱਥੇ ਠਹਿਰੋਗੇ ਤਾਂ ਐਸਾ ਨਾ ਹੋਵੇ ਕਿ ਸਾਰੇ ਜਲ ਵਿੱਚ ਡੁੱਬ ਜਾਣ। ਸੇਵਕ ਬਿਸ਼ਨ ਸਿੰਘ ਪਾਸ ਗਿਆ ਤੇ ਗੁਰੂ ਜੀ ਦਾ ਬਚਨ ਕਹਿ ਕੇ ਸਾਰਾ ਸੁਣਾਇਆ। ਬਿਸ਼ਨ ਸਿੰਘ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਉਸਨੇ ਬਹੁਤ ਆਦਮੀ ਭੇਜੇ ਤੇ ਸਭ ਉਮਰਾਵ ਨੂੰ ਸਮਝਾਇਆ। ਗੁਰੂ ਜੀ ਦਾ ਬਚਨ ਹੈ ਕਿ ਡੇਰੇ ਚੁੱਕ ਲਓ ਤੇ ਉੱਚੇ ਥਾਂ ਵੇਖ ਕੇ ਉੱਥੇ ਡੇਰੇ ਲਾਓ, ਨਹੀਂ ਤਾਂ ਐਸਾ ਨਾ ਹੋ ਜਾਏ ਦਰਿਆ ਦਾ ਪਾਣੀ ਹੀ ਉਹਨਾਂ ਨੂੰ ਰੋੜ ਕੇ ਲੈ ਜਾਏ। ਹਿੰਦੂਆਂ ਨੇ ਸੁਣ ਕੇ ਸ਼ਰਧਾ ਧਾਰਨ ਕੀਤੀ ਤੇ ਤੁਰੰਤ ਉੱਚੇ ਸਥਾਨਾਂ ਨੂੰ ਵੇਖਿਆ। ਤੁਰੰਤ ਜਾ ਕੇ ਉੱਥੇ ਆਪਣੇ ਤੰਬੂ ਲਾ ਲਏ ਤੇ ਆਪਣੀਆਂ ਛੋਟੀਆਂ ਵੱਡੀਆਂ ਸਭ ਚੀਜ਼ਾਂ ਚੁੱਕ ਲਈਆਂ। ਜਦ ਤੁਰਕਾਂ ਨੇ ਇਸ ਬਾਰੇ ਸੁਣਿਆ ਤਾਂ ਉਹਨਾਂ ਵਿੱਚ ਬਹੁਤੇ ਉਮਰਾਵ ਮਹਾਮੂਰਖ ਸਨ। ਉਹਨਾਂ ਨੇ ਗੁਰੂ ਜੀ ਦੇ ਬਚਨਾਂ ਨੂੰ ਸੱਚਾ ਨਾ ਜਾਣਿਆ ਤੇ ਉਹ ਕਹਿਣ ਲੱਗੇ, ਹਿੰਦੂਆਂ ਦੀ ਕਿੰਨੀ ਕੱਚੀ ਮੱਤ ਹੈ। ਇੱਕ ਦੇ ਕਹਿਣ ਉੱਤੇ ਸਾਰੇ ਬਹਿਕ ਗਏ ਹਨ। 2 ਦਿਨ ਇੱਥੇ ਉਤਰਿਆਂ ਨੂੰ ਹੋ ਗਏ ਹਨ। ਕੀ ਕਿਸੇ ਦਾ ਕੁਝ ਨੁਕਸਾਨ ਹੋਇਆ ਹੈ? ਜਿਸ ਨੂੰ ਆਪਣਾ ਗੁਰੂ ਠਹਿਰਾਇਆ ਹੈ ਉਹਨਾਂ ਨੇ ਰਾਜੇ ਨੂੰ ਬਹੁਤ ਬਹਿਕਾਇਆ ਹੈ। ਅਸੀਂ ਤਾਂ ਡੇਰਾ ਚੁੱਕ ਕੇ ਨਹੀਂ ਜਾਵਾਂਗੇ, ਪਹਿਲਾਂ ਹੀ ਚੰਗਾ ਥਾਂ ਵੇਖ ਕੇ ਡੇਰਾ ਲਾਇਆ ਹੈ। ਇਸ ਤਰ੍ਹਾਂ ਬਹੁਤ ਗੱਲਾਂ ਸੁਣਾਈਆਂ। ਹੁਜਤਾਂ ਕਰਦੇ ਹੋਏ ਮੂਰਖ ਕਹਿ ਕੇ ਹੱਸਦੇ ਸਨ। ਹਿੰਦੂ ਰਾਜੇ ਨੇ ਸਾਰੀ ਸੈਨਾ ਸਮੇਤ ਅਸਲ ਭੇਦ ਨੂੰ ਸਮਝ ਕੇ ਗੁਰੂ ਜੀ ਦੇ ਬਚਨਾਂ 'ਤੇ ਨਿਸ਼ਚਾ ਕੀਤਾ। ਸਾਰੇ ਆਪਣੇ ਡੇਰੇ ਦੂਰ ਚੁੱਕ ਕੇ ਲੈ ਗਏ, ਉੱਚੀ ਥਾਂ ਵੇਖ ਕੇ ਬੈਠ ਗਏ। ਜਿਸ ਪਾਸੇ ਸਤਿਗੁਰੂ ਜੀ ਸਨ ਉਸ ਪਾਸੇ ਡੇਰੇ ਲਾ ਲਏ। ਆਪਣੇ ਸੁੱਖ ਵਾਸਤੇ ਹਿਰਦੇ ਵਿੱਚ ਡਰ ਧਾਰਨ ਕਰਦੇ ਸਨ। ਜਦ ਸੂਰਜ ਡੁੱਬ ਗਿਆ ਤਾਂ ਸਾਰੇ ਹਨੇਰਾ ਹੋ ਗਿਆ। ਤੁਰਕ ਰਾਤ ਨੂੰ ਬਿਨਾਂ ਸੰਭਾਲ ਹੋ ਗਏ। ਕਾਮਰੂਪ ਦੇਸ਼ ਦੇ ਕੁਝ ਮਨੁੱਖ ਆਏ ਤੇ ਉਹ ਸਭ ਵਿਧੀਆਂ ਨਾਲ ਮੰਤਰ ਸਾਧ ਕੇ ਲਿਆਏ। ਉਸ ਸਮੇਂ ਉਹਨਾਂ ਨੇ ਢੋਲਕ ਡਮਰੂ ਬੜੀ ਉੱਚੀ ਉੱਚੀ ਵਜਾ ਕੇ ਮੰਤਰਾਂ ਦਾ ਉਚਾਰਨ ਕੀਤਾ। ਜਦ ਬਲੀ ਦਿੱਤੀ ਤਾਂ ਦਰਿਆ ਦਾ ਪ੍ਰਵਾਹ ਅਟਕ ਗਿਆ ਤੇ ਦਰਿਆ ਉਛਲ ਕੇ ਸ਼ਾਹੀ ਲਸ਼ਕਰ ਦੇ ਉੱਤੇ ਜਾ ਚੜ੍ਹਿਆ। ਜਲ ਦਾ ਵੇਗ ਹੀ ਉਲਟ ਗਿਆ ਤੇ ਤੁਰਕ ਸ਼ਸਤਰਾਂ ਸਮੇਤ ਬਹਿ ਗਏ। ਕਈ ਤਾਂ ਤੁਰਕ ਡੁੱਬ ਕੇ ਮਰ ਗਏ, ਕਈ ਤਰ ਕੇ ਉੱਚੇ ਥਾਂ ਹੋ ਗਏ। ਯੁੱਧ ਸਮੱਗਰੀ ਬਹੁਤ ਬਹਿ ਗਈ, ਬਹੁਤ ਰੌਲਾ ਪੈ ਗਿਆ। ਸਾਰੇ ਉੱਚੀ ਉੱਚੀ ਬੋਲ ਰਹੇ ਸਨ। ਕੋਈ ਭਰਾ ਨੂੰ ਭਰਾ ਬੁਲਾਉਂਦਾ ਸੀ, ਕੋਈ ਕਿਤੇ ਖੜਾ ਸੀ ਤੇ ਕੋਈ ਦਰਿਆ ਦੇ ਵੇਗ ਵਿੱਚ ਵਹਿੰਦਾ ਜਾਂਦਾ ਸੀ। ਘੋੜਿਆਂ ਦੀਆਂ ਕਾਠੀਆਂ ਰੁੜ ਗਈਆਂ, ਢਾਲ ਤਲਵਾਰ ਕਿਤੇ ਦਿਸਦੀ ਨਹੀਂ ਸੀ। ਸ਼ਸਤਰਾਂ ਵਸਤਰਾਂ ਦੀ ਕਿਸੇ ਨੂੰ ਖਬਰ ਨਹੀਂ ਸੀ। ਕੋਈ ਬਚਿਆ, ਕਈ ਪਾਣੀ ਦੇ ਵਿੱਚ ਹੀ ਰੁੜ ਗਏ। ਸਾਰਿਆਂ ਵਿੱਚ ਹਾਹਾਕਾਰ ਮਚ ਗਈ ਤੇ ਸੈਨਾ ਵਿੱਚ ਮਹਾਨ ਡਰ ਫੈਲ ਗਿਆ। ਅਜਿਹਾ ਰੌਲਾ ਸੁਣ ਕੇ ਰਾਜਾ ਡਰ ਕੇ ਭੱਜ ਉੱਠਿਆ ਤੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ। ਤਰਾਹ ਕਰਕੇ ਵਿਆਕੁਲ ਹੋ ਗਿਆ, ਹੇ ਪ੍ਰਭੂ ਜੀ, ਸਾਡੀ ਫੌਜ ਜਲ ਵਿੱਚ ਬਹਿ ਗਈ ਹੈ। ਗੁਰੂ ਜੀ ਨੇ ਕਿਹਾ, ਤੁਹਾਨੂੰ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਸੀ। ਹੇਠਾਂ ਵਾਲੇ ਨੀਵੇਂ ਸਥਾਨ 'ਤੇ ਕਿਉਂ ਸੈਨਾ ਪਈ ਸੀ? ਉੱਚੇ ਸਥਾਨ 'ਤੇ ਕਿਸੇ ਤਰ੍ਹਾਂ ਵੀ ਜਲ ਨਹੀਂ ਜਾ ਸਕਦਾ। ਉਹਨਾਂ ਦਾ ਮੰਤਰ ਇਸ ਤਰ੍ਹਾਂ ਨਿਸਫਲ ਹੋ ਜਾਣਾ ਸੀ। ਹੁਣ ਦਰਿਆ ਨਹੀਂ ਚੜ੍ਹੇਗਾ, ਪਿੱਛੇ ਹਟ ਜਾਏਗਾ। ਜਿਹੜੇ ਬਹਿ ਗਏ ਹਨ ਉਹ ਬਹਿ ਗਏ ਹਨ, ਹੁਣ ਹੋਰ ਕੋਈ ਨਹੀਂ ਬਹੇਗਾ। ਗੁਰੂ ਜੀ ਦੇ ਬਚਨਾਂ ਨਾਲ ਦਰਿਆ ਹਟ ਕੇ ਆਪਣੇ ਅਸਲੀ ਸਥਾਨ 'ਤੇ ਜਾ ਕੇ ਸਥਿਰ ਹੋ ਗਿਆ। ਮਸਾਂ ਸਵੇਰ ਹੋਈ। ਸਾਰੇ ਉਮਰਾਵ ਨੇ ਮਹਾਨ ਡਰ ਧਾਰਨ ਕੀਤਾ। ਬਿਸ਼ਨ ਸਿੰਘ ਦੇ ਪਾਸ ਚੱਲ ਕੇ ਆਏ ਤੇ ਰਾਤ ਦਾ ਸਾਰਾ ਬ੍ਰਿਤਾਂਤ ਸੁਣਾਇਆ। ਕਾਮਰੂਪ ਦੇਸ਼ ਨੂੰ ਕਿਵੇਂ ਜਿੱਤਾਂਗੇ, ਜਿਹੜੇ ਮੰਤਰਾਂ ਦੀ ਅਜਿਹੀ ਸ਼ਕਤੀ ਧਾਰਨ ਕਰਦੇ ਹਨ। ਇਹ ਹਥਿਆਰਾਂ ਦੀ ਲੜਾਈ ਨਹੀਂ ਹੈ, ਇਹ ਫੌਜ ਭੱਜ ਕੇ ਕਿੱਥੇ ਚਲੀ ਜਾਵੇ। ਰਾਜਾ ਉਮਰਾਵ ਨੂੰ ਨਾਲ ਲੈ ਕੇ ਉੱਥੇ ਆਇਆ ਜਿੱਥੇ ਸਤਿਗੁਰੂ ਜੀ ਬੈਠੇ ਸਨ। ਬਹੁਤ ਵੱਡੀ ਚਿੰਤਾ ਤੇ ਹਿਰਦੇ ਦਾ ਧੀਰਜ ਜਾਂਦਾ ਰਿਹਾ ਸੀ। ਗੁਰੂ ਜੀ ਪਾਸੋਂ ਸਲਾਹ ਪੁੱਛੀ, ਹੁਣ ਕੀ ਕਰੀਏ? ਬੰਦਨਾ ਕਰਕੇ ਸਾਰੇ ਪਾਸ ਬੈਠ ਗਏ। ਜਿਵੇਂ ਰਾਤ ਨੂੰ ਹੋਇਆ ਸੀ ਉਹ ਸਾਰਾ ਬ੍ਰਿਤਾਂਤ ਸੁਣਾਇਆ। ਹੇ ਪ੍ਰਭੂ ਜੀ, ਇਹ ਕਿਸ ਤਰ੍ਹਾਂ ਜਿੱਤਿਆ ਜਾਵੇਗਾ ਜਿਨ੍ਹਾਂ ਉੱਤੇ ਸ਼ਕਤੀ ਦਾ ਵਸ ਨਹੀਂ ਚੱਲਦਾ ਹੈ? ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਮੈਂ ਤੁਹਾਡਾ ਕੰਮ ਕਰਨਾ ਚਾਹੁੰਦਾ ਹਾਂ। ਆਪਣੇ ਚਿੱਤ ਨੂੰ ਦ੍ਰਿੜ ਰੱਖੋ ਤੇ ਸਭ ਗਿਣਤੀਆਂ ਛੱਡੋ। ਮੇਰੇ ਬਚਨਾਂ ਉੱਤੇ
ਮਨ ਵਿੱਚ ਪਿਆਰ ਧਾਰਨ ਕਰੋ। ਸਭ ਪ੍ਰਕਾਰ ਦੇ ਸ਼ੰਕੇ ਛੱਡ ਕੇ ਮੇਰੇ ਕਹਿਣ ਮੁਤਾਬਕ ਚੱਲੋ। ਮੈਂ ਤੁਹਾਡਾ ਕਾਰਜ ਸਿੱਧ ਕਰਾਂਗਾ। ਮੇਰੇ ਭਰੋਸੇ ਸਾਰੇ ਚੱਲ ਕੇ ਆਏ ਹੋ। ਇੱਧਰ ਸਾਰੇ ਮੰਤਰ ਜੰਤਰ ਹੀ ਹਨ। ਮੇਰਾ ਕਿਹਾ ਮੰਨੋਗੇ ਤਾਂ ਕੋਈ ਵਿਘਨ ਨਹੀਂ ਹੋਏਗਾ। ਕਾਮਰੂਪ ਦੇਸ਼ ਨੂੰ ਫਤਿਹ ਕਰੋਗੇ। ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਧੀਰਜ ਦਿੱਤਾ। ਫਿਰ ਰਾਜੇ ਨੇ ਸੁਣ ਕੇ ਉਤਸ਼ਾਹ ਧਾਰਨ ਕੀਤਾ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 6ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।